हाँ जी, गुड आफ्टरनून। हाँ जी, गुड आफ्टरनून। 2-3 मिनट्स वेट करते हैं, देन वी विल स्टार्ट। 'स्क्रीन विजिबल है सारे ना? ठीक है। 1 और 2 मिनट वेट करके आप स्टार्ट कर दें। चलो फिर स्टार्ट कर दें। प्रीवियस लेक्चर 'ਚ ਆਪਾਂ ਡਿਸਕਸ ਕੀਤਾ ਸੀ ਸਾਈਕੋਲੋਜੀਕਲ ਪੈਰਾਮੀਟਰ। ਸਾਈਕੋਲੋਜੀਕਲ ਪੈਰਾਮੀਟਰਸ ਕੀ ਹੁੰਦੇ ਨੇ? ਸਾਈਕੋਲੋਜੀਕਲ ਪੈਰਾਮੀਟਰਸ ਕੋਲ ਡਿਫਰੈਂਟ ਕਰੈਕਟਰਿਸਟਿਕਸ ਨੇ ਸਾਡੀ ਬੋਡੀ ਜੋ ਪ੍ਰੋਵਾਈਡ ਕਰਦੀ ਹੈ, ਠੀਕ ਹੈ, ਵਿਦ देयर ਨੋਰਮਲ ਵੈਲਿਊ। ਠੀਕ। ਸਾਈਕੋਲੋਜੀਕਲ ਪੈਰਾਮੀਟਰਸ ਆ ਡਿਫਰੈਂਟ ਕਰੈਕਟਰਿਸਟਿਕਸ ਕੀ ਸੀਗੇ ਕਾਦੇ ਲਿਵਿੰਗ ਸਿਸਟਮ ਦੇ, ਤੇ ਉਹਨਾਂ ਪੈਰਾਮੀਟਰਸ ਦੀ ਕੁਛ ਨਾ ਕੁਛ ਨਾਰਮਲ ਵੈਲਿਊ ਹੁੰਦੀ ਹੈ, ਕਹ ਲਓ ਤੁਸੀਂ ਰੇਂਜ ਹੁੰਦੀ ਹੈ। ਠੀਕ ਹੈ। ਇਹਨਾਂ ਦਾ ਫਾਇਦਾ ਕੀ ਹੈ ਸਾਈਕੋਲੋਜੀਕਲ ਪੈਰਾਮੀਟਰਸ ਦਾ? ਜਦੋਂ ਵੀ ਇਹ ਵਾਲੇ ਪੈਰਾਮੀਟਰਸ ਆਪਣੀ ਨਾਰਮਲ ਰੇਂਜ ਤੋਂ ਬਾਹਰ ਚਲੇ ਜਾਂਦੇ ਨੇ, ਸਾਨੂੰ
ਇੱਕ ਇੰਡੀਕੇਸ਼ਨ ਬੋਡੀ ਵੱਲੋਂ ਪ੍ਰੋਵਾਈਡ ਹੋ ਜਾਂਦੀ ਹੈ ਕਿ ਸਾਡੀ ਜਿਹੜੀ ਬੋਡੀ ਹੈ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ, ਕਿਤੇ ਨਾ ਕੁਛ ਪ੍ਰੋਬਲਮ ਹੈ, ਕਿਸੇ organ ਦੇ ਵਿੱਚ ਪ੍ਰੋਬਲਮ ਹੈ ਜਾਂ ਕਿਸੇ ਪਾਰਟ ਦੇ ਵਿੱਚ ਪ੍ਰੋਬਲਮ ਹੈ। ਉਹ ਸਾਨੂੰ ਇਹਨਾਂ ਪੈਰਾਮੀਟਰਸ ਤੋਂ ਸਟੱਡੀ ਕਰਕੇ ਪਤਾ ਚੱਲ ਜਾਂਦਾ ਹੈ, ਜੋ ਆਪਣੀ ਰੈਫਰੈਂਸ ਵੈਲਿਊ ਤੋਂ ਬਾਹਰ ਉਹਨਾਂ ਦੀ ਵੈਲਿਊ ਸਾਨੂੰ ਪ੍ਰੋਵਾਈਡ ਹੁੰਦੀ ਨੇ। ਤੇ ਆਪਾਂ ਫਿਰ ਡਿਸਕਸ ਕੀਤਾ ਸੀਗਾ ਕਿ ਪੰਜ ਇੰਪੋਰਟੈਂਟ ਪੈਰਾਮੀਟਰਸ ਨੇ। ਇੱਕ ਪਲਸ ਰੇਟ ਹੋ ਗਿਆ, ਬੋਡੀ ਟੈਂਪਰੇਚਰ, ਕਲੋਟਿੰਗ ਟਾਈਮ, ਬਲੱਡ ਪ੍ਰੈਸ਼ਰ ਤੇ ਈਈਜੀ ਸਿਗਨਲ। ਪਲਸ ਰੇਟ ਤਾਂ ਉਹੀ ਸੀ, ਨਾਰਮਲ ਚੀਜ਼ ਹੈ ਕਿ ਸਾਡਾ ਹਾਰਟ 1 ਮਿੰਟ 'ਚ ਕਿੰਨੀ ਵਾਰ ਬੀਟ ਕਰਦਾ। ਉਹ ਤੋਂ ਸਾਨੂੰ ਕੀ ਚੱਲਦਾ, ਪਲਸ ਰੇਟ, ਉਹ ਸਾਡੀ ਪਲਸ ਰੇਟ ਹੈ। ਪਲਸ ਰੇਟ ਫਿਰ ਆਪਾਂ ਇੱਕ ਜਿਹੜੀ ਰੈਫਰੈਂਸ ਰੇਂਜ ਹੈ ਇਹ ਵਾਲੀ ਚੈੱਕ ਕੀਤੀਆਂ ਸੀਗੀਆਂ ਕਿ ਇੱਕ ਅਡਲਟ ਹੈ ਉਹਦੀ ਜਿਹੜੀ ਰੈਫਰੈਂਸ ਰੇਂਜ ਹੈ ਪਲਸ ਬੀਟ ਦੀ 65 to 80 ਮਿੰਟ ਵਿੱਚ ਆਉਣੀ ਚਾਹੀਦੀ ਹੈ। ਇੱਕ ਚਿਲਡਰਨ ਹੈ ਉਹਦੀ 100 to 130 ਦੇ ਵਿੱਚ ਆਉਣੀ ਚਾਹੀਦੀ ਹੈ। ਤੇ ਇੱਕ ਜਿਹੜਾ ਨਿਓਨੇਟ ਹੈ, ਜਿਹੜਾ ਨਵਾਂ ਜਨਮਾ, ਜਿਹੜਾ ਕੁਝ ਮਹੀਨੇ ਦਾ ਬੱਚਾ ਹੀ ਹੈ, ਠੀਕ ਹੈ, ਉਹਦੀ ਜਿਹੜੀ ਪਲਸ ਰੇਟ ਹੈ ਉਹ 130 ਤੋਂ 140 ਦੇ ਵਿੱਚ ਹੁੰਦੀ ਹੈ। ਫਿਰ ਆਪਾਂ ਅੱਗੇ ਸੀ ਬੋਡੀ ਟੈਂਪਰੇਚਰ ਦੇ ਵਿੱਚ, ਠੀਕ ਹੈ। ਬੋਡੀ ਟੈਂਪਰੇਚਰ ਦਾ ਸਭ ਤੋਂ ਮੇਨ ਜਿਹੜਾ ਸਾਈਕੋਲੋਜੀਕਲ ਪੈਰਾਮੀਟਰ ਹੈ, ਜੋ ਆਪਾਂ ਸਾਰਿਆਂ ਨੇ ਕਦੀ ਨਾ ਕਿਸੇ ਫਾਰਮ ਦੇ ਵਿੱਚ ਯੂਜ਼ ਕੀਤਾ ਹੋਣਾ, ਠੀਕ ਹੈ। ਆਪਾਂ ਸਾਰਿਆਂ ਨੇ ਆਪਣਾ ਟੈਂਪਰੇਚਰ, ਬੋਡੀ ਦਾ ਟੈਂਪਰੇਚਰ, ਫੀਵਰ ਚੈੱਕ ਕਰਨ ਲਈ ਜੋ ਕਹਿੰਦਾ ਕਿ ਫੀਵਰ ਹੋ ਗਿਆ ਮਤਲਬ ਬੋਡੀ ਦਾ ਟੈਂਪਰੇਚਰ ਕੀ ਹੋ ਗਿਆ, ਇਨਕਰੀਜ਼ ਹੋ ਗਿਆ, ਉਹਦੇ ਲਈ ਆਪਾਂ ਚੈੱਕ ਕਰਦੇ ਰਹੇ ਹਾਂ, ਠੀਕ ਹੈ। ਨਾਰਮਲ ਜਿਹੜਾ ਸਾਨੂੰ ਪਤਾ ਹੈ ਕਿ ਸਾਡਾ ਬੋਡੀ ਦਾ ਟੈਂਪਰੇਚਰ ਹੈ ਉਹ 98.4 ਡਿਗਰੀ ਫੈਰਨਹਾਈਟ ਹੈ। ਜਦੋਂ 98.4 ਫੈਰਨਹਾਈਟ ਤੋਂ ਸਾਡਾ ਟੈਂਪਰੇਚਰ ਉੱਤੇ ਚਲਾ ਜਾਂਦਾ ਹੈ, ਜੋ ਥਰਮਾਮੀਟਰ ਸ਼ੋ ਕਰਦਾ ਹੈ, ਤੇ ਆਪਾਂ ਸਾਨੂੰ ਪਤਾ ਚੱਲ ਜਾਂਦਾ ਕਿ ਸਾਡੇ ਫੀਵਰ ਹੋ ਗਿਆ, ਸਾਨੂੰ ਕੁਛ ਨਾ ਕੁਛ ਅੰਡਰਲਾਈਨ ਪ੍ਰੋਬਲਮ ਚੱਲ ਰਹੀ ਹੈ। ਉਸ ਤੋਂ ਬਾਅਦ ਆ ਗਿਆ ਸੀਗਾ ਕਲੋਟਿੰਗ ਟਾਈਮ। ਕਲੋਟਿੰਗ ਟਾਈਮ ਸੀਗਾ ਕਿ ਜਿੱਦਾਂ ਤੁਹਾਡੀ ਕਿਸੇ ਬੋਡੀ ਦੇ ਕਿਸੇ ਚੀਜ਼ ਤੇ ਕੱਟ ਲੱਗਦਾ ਹੈ, ਛੋਟਾ ਕੱਟ ਲੱਗਦਾ ਹੈ, ਮਾਈਨਰ ਕੱਟ ਲੱਗਦਾ ਹੈ, ਤਾਂ ਬਲੀਡਿੰਗ ਨੂੰ ਰੋਕਣ ਦੇ ਲਈ ਉੱਥੇ ਬੋਡੀ ਨੂੰ ਕਿੰਨਾ ਟਾਈਮ ਲੱਗਦਾ ਹੈ, ਉਹਨੂੰ ਕਲੋਟਿੰਗ ਟਾਈਮ ਕਹਿ ਦਿੱਤਾ ਜਾਂਦਾ ਹੈ, ਠੀਕ ਹੈ। ਬੇਸਿਕਲੀ ਜਿਹੜਾ ਕਲੋਟਿੰਗ ਟਾਈਮ ਹੈ 3 to 6 ਮਿੰਟਸ ਹੈ। ਪਰ ਜਿਹੜੇ ਆਪਾਂ ਰੈਫਰੈਂਸ ਡਿਸਕਸ ਕਰ ਰਹੇ ਹਾਂ ਇਹਦੇ ਵਿੱਚ ਇੱਕ ਚੀਜ਼ ਧਿਆਨ ਦੇਣੀ ਕਿ ਇਹ ਜਿਹੜੇ ਆਪਾਂ ਸਿਰਫ ਮਾਈਨਰ ਕੱਟ ਦੇ ਲਈ ਕਰ ਰਹੇ ਹਾਂ, ਅਗਰ ਬਹੁਤ ਜ਼ਿਆਦਾ ਐਕਸੀਡੈਂਟ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੈਂਡੇजेस ਵੀ ਕਰਨੀ ਪੈਂਦੀ, ਪੱਟੀ ਕਰਨੀ ਪੈਂਦੀ, ਫਿਰ ਜਾ ਕੇ ਜਿਹੜਾ ਹੈਗਾ ਆ ਬਲੱਡ ਜਿਹੜਾ ਹੈਗਾ ਆ ਉਹ ਫਲੋ ਨਾ ਬੰਦ ਹੁੰਦਾ ਹੈ, ਠੀਕ ਹੈ। ਇਹ ਜਿਹੜਾ ਆਪਾਂ ਰੈਫਰੈਂਸ ਦਿੱਤਾ 3 to 6 ਮਿੰਟ, ਇਹ ਮਾਈਨਰ ਕੱਟ ਦੇ ਲਈ ਹੈ। ਉਸ ਤੋਂ ਬਾਅਦ ਆ ਗਿਆ ਬਲੱਡ ਪ੍ਰੈਸ਼ਰ। ਦੇਖੋ ਬਲੱਡ ਪ੍ਰੈਸ਼ਰ ਕੀ ਸੀਗਾ, ਬਲੱਡ ਪ੍ਰੈਸ਼ਰ ਸੀਗਾ ਕਿ ਸਾਡਾ ਜਿਹੜਾ ਬਲੱਡ ਹੈ ਉਹ ਕਿੰਨੀ ਫੋਰਸ ਦੇ ਨਾਲ ਸਾਡੇ ਸਿਸਟਮ ਦੇ ਵਿੱਚ, ਸਾਡੀ ਬੋਡੀ ਦੇ ਵਿੱਚ ਫਲੋ ਕਰ ਰਿਹਾ, ਠੀਕ ਹੈ। ਬਲੱਡ ਪ੍ਰੈਸ਼ਰ ਇਜ਼ ਦਾ ਫੋਰਸ, ਕਿ ਕਿੰਨੀ ਫੋਰਸ ਨਾਲ ਸਾਡਾ ਜਿਹੜਾ ਬਲੱਡ ਹੈ ਸਾਡੀ ਸਰਕੂਲੇਟਰੀ ਸਿਸਟਮ ਦੇ ਵਿੱਚ ਫਲੋ ਕਰ ਰਿਹਾ। ਹੁਣ ਜਿਹੜਾ ਬਲੱਡ ਫਲੋ ਕਰਨ ਦਾ ਕੰਮ ਕੌਣ ਕਰਦਾ ਹੈ, ਸਾਰਾ ਬਲੱਡ ਦੇ ਸਰਕੂਲੇਸ਼ਨ ਦਾ ਕੰਮ ਸਾਡੀ ਬੋਡੀ ਦੇ ਵਿੱਚ ਕੌਣ ਕਰਦਾ ਹੈ, ਹਾਰਟ ਕਰਦਾ ਹੈ, ਠੀਕ ਹੈ। ਦਿਲ ਦੇ ਥਰੂ ਸਾਰਾ ਕੰਮ ਹੁੰਦਾ ਹਾਰਟ ਦੇ ਥਰੂ, ਠੀਕ ਹੈ। ਦੋ ਪ੍ਰੋਸੈਸ ਹੁੰਦੇ ਇਹਦੇ ਵਿੱਚ, ਇੱਕ ਸਿਸਟੋਲਿਕ, ਇੱਕ ਹੁੰਦਾ ਡਾਇਸਟੋਲਿਕ। ਸਿਸਟੋਲਿਕ ਜਦੋਂ ਹਾਰਟ ਬਲੱਡ ਨੂੰ ਬਾਹਰ ਦੀ ओर ਪੰਪ ਕਰਦਾ ਹੈ ਉਹਨੂੰ ਸਿਸਟੋਲਿਕ ਕੀਤਾ ਜਾਂਦਾ ਹੈ, ਤੇ ਜਦੋਂ ਬਲੱਡ ਹੈ ਉਹ ਹਾਰਟ ਦੇ ਵਿੱਚ ਐਂਟਰ ਕਰਦਾ ਹੈ ਉਹਨੂੰ ਡਾਇਸਟੋਲਿਕ ਕਹਿ ਦਿੱਤਾ ਜਾਂਦਾ ਹੈ, ਠੀਕ ਹੈ। ਇਹਨਾਂ ਦੀ ਜਿਹੜੀ ਨਾਰਮਲ ਰੇਂਜ ਹੈ ਬੀਪੀ ਦੀ ਉਹ 100 to 150 mm ਹੈ, ਤੇ ਉਹਦੇ ਡਾਇਸਟੋਲਿਕ ਦੀ 60 to 90 mm ਹੈ। ਜਦੋਂ ਇਸ ਰੇਂਜ ਤੋਂ ਬਾਹਰ ਚਲ ਜਾਂਦਾ ਹੈ ਉਦੋਂ ਆਪਾਂ ਕਹਿ ਦਿੰਦੇ ਜੀ ਸਾਡਾ ਬਲੱਡ ਪ੍ਰੈਸ਼ਰ ਬੀਪੀ ਜਿਹੜਾ ਹੋ ਗਿਆ ਕਿਸੇ ਬੰਦੇ ਦਾ ਹਾਈ ਹੋ ਗਿਆ। ਨੈਕਸਟ ਆ ਗਿਆ ਈਈਜੀ ਸਿਗਨਲ, ਠੀਕ ਹੈ। ਈਈਜੀ ਕੀ ਹੁੰਦਾ, ਇਲੈਕਟ੍ਰੋਸੈਪਲੋਗ੍ਰਾਮ। ਈਈਜੀ ਜਿਹੜਾ ਹੈਗਾ ਇਲੈਕਟ੍ਰੋ ਐਨਸੈਪਲੋਗ੍ਰਾਮ। ਈਈਜੀ ਸਿਗਨਲ ਸਾਡੀ ਬ੍ਰੇਨ ਦੀ ਐਕਟੀਵਿਟੀਜ਼ ਨੂੰ ਆਪਾਂ ਡਿਸਕਸ ਕੀਤਾ ਸੀ, ਡਿਟੈਕਟ ਕਰਦਾ, ਠੀਕ ਹੈ। ਤਿੰਨ ਤਰੀਕੇ, ਇਹਦੇ ਵਿੱਚ ਚਾਰ ਤਰੀਕੇ ਦਾ ਹੁੰਦਾ ਹੈ, ਅਲਫਾ, ਬੀਟਾ, ਥੀਟਾ ਤੇ ਡੈਲਟਾ। ਇਹ ਚਾਰ ਸਿਗਨਲ ਮਿਲਦੇ ਨੇ। ਜਦੋਂ ਇਹਨਾਂ ਵਿੱਚੋਂ ਸਿਗਨਲ ਕਿਸੇ ਰੇਂਜ ਤੋਂ ਬਾਹਰ ਚਲਾ ਜਾਂਦਾ ਹੈ, ਠੀਕ ਹੈ, ਉਦੋਂ ਆਪਾਂ ਕਹਿ ਦਈਦਾ ਹੈ ਕਿ ਜੀ ਇਹਦੇ ਵਿੱਚ ਕੀ ਹੋ ਗਿਆ, ਸਾਡਾ ਬਲੱਡ ਹੈ ਉਹ ਕੀ ਕਰ ਰਿਹਾ, ਈਜੀ ਜਿਹੜਾ ਹੈਗਾ ਆ ਉਹ ਸਹੀ ਕੰਮ ਨਹੀਂ ਕਰ ਰਿਹਾ, ਠੀਕ ਹੈ। ਉਹ ਆਪਾਂ ਉਹਦੇ ਵਿੱਚ ਜਾ ਕੇ ਕਹਿ ਦਈਦਾ, ਠੀਕ ਹੈ। 1 ਮਿੰਟ ਹੋਲਡ ਕਰੋ।
ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ, ਟੈਂਪਰੇਚਰ ਟਰਾਂਸਡਿਊਸਰ। ਟੈਂਪਰੇਚਰ ਟਰਾਂਸਡਿਊਸਰ ਕੀ ਹੈ? ਹੁਣ ਦੇਖੋ ਆਪਾਂ ਜਿਹੜੇ ਆਪਾਂ ਪੈਰਾਮੀਟਰ ਡਿਸਕਸ ਕੀਤੇ ਆ, ਠੀਕ ਹੈ, ਪਲਸ, ਬੋਡੀ ਟੈਂਪਰੇਚਰ, ਕਲੌਟਿੰਗ, ਬਲੱਡ ਪ੍ਰੈਸ਼ਰ ਤੇ ਈਜੀ ਸਿਗਨਲ, ਇਹਨਾਂ ਨੂੰ ਆਪਾਂ ਮੈਜਰ ਵੀ ਤਾਂ ਕਰਾਂਗੇ ਕਿਸੇ ਨਾ ਕਿਸੇ ਮਕੈਨਿਜ਼ਮ ਦੇ ਨਾਲ, ਮੈਜਰ ਵੀ ਤਾਂ ਕਰਨਾ ਹੈ, ਠੀਕ ਹੈ। ਉਹ ਮਕੈਨਿਜ਼ਮ, ਮੈਜਰਮੈਂਟ ਮਕੈਨਿਜ਼ਮ ਜਿਹੜਾ ਹੈਗਾ ਆ, ਉਹ ਕਿਸ ਤਰੀਕੇ ਨਾਲ ਕੰਮ, ਉਹ ਕਿਹੜਾ ਜਿਹੜਾ ਹੈਗਾ ਆ, ਉਹ ਜਿਹੜਾ ਆਪਾਂ ਯੂਜ਼ ਕਰਨਾ, ਉਹ ਆਪਾਂ ਹੁਣ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਸਭ ਤੋਂ ਜਿਹੜਾ ਆਪਾਂ ਮੇਨ, ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਟੈਂਪਰੇਚਰ, ਕਿ ਟੈਂਪਰੇਚਰ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਮੈਜਰ ਕਰ ਸਕਦੇ ਹਾਂ, ਠੀਕ ਹੈ। ਤੇ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਚੀਜ਼ ਆਪਾਂ ਮੈਜਰ ਕਰਨੀ ਹੋਵੇ, ਠੀਕ ਹੈ, ਉਹਦੇ ਲਈ ਆਪਾਂ ਟਰਾਂਸਡਿਊਸਰ ਜਿਹੜੇ ਹੈਗੇ ਨੇ ਯੂਜ਼ ਕਰੀਦੇ ਨੇ, ਠੀਕ ਹੈ। ਟੈਂਪਰੇਚਰ ਟਰਾਂਸਡਿਊਸਰ ਕੀ ਕਰਦੇ ਨੇ? ਟੈਂਪਰੇਚਰ ਟਰਾਂਸਡਿਊਸਰ ਕਨਵਰਟ ਕਰਦੇ ਨੇ ਥਰਮਲ એનર્ਜੀ ਇਨਟੂ ਪਹਿਲਾਂ ਤਾਂ ਫਿਜ਼ੀਕਲ ਕੁਆਂਟੀਟੀ, ਠੀਕ ਹੈ। ਟੈਂਪਰੇਚਰ ਟਰਾਂਸਡਿਊਸਰ ਕੀ ਕਰਦੇ ਨੇ? ਥਰਮਲ એનર્ਜੀ ਜਿਹੜੀ ਹੈਗੀ ਹੈ ਸਾਡੀ, ਥਰਮਲ એનર્ਜੀ ਨੂੰ ਕਨਵਰਟ ਕਰ ਦਿੰਦੇ ਨੇ ਫਿਜ਼ੀਕਲ ਕੁਆਂਟੀਟੀ। ਫਿਜ਼ੀਕਲ ਕੁਆਂਟੀਟੀ ਕਿੱਦਾਂ? ਡਿਸਪਲੇਸਮੈਂਟ, ਪ੍ਰੈਸ਼ਰ ਜਾਂ ਇਲੈਕਟ੍ਰੀਕਲ ਸਿਗਨਲ, ਇਹਨਾਂ ਵਿੱਚੋਂ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਜਿਹੜੇ ਹੈਗੇ ਨੇ ਉਹ ਕੀ ਕਰਨਗੇ? ਕਨਵਰਟ ਕਰਨਗੇ, ਠੀਕ ਹੈ। ਉਸ ਤੋਂ ਬਾਅਦ ਦੇਖੋ ਹੁਣ ਟਰਾਂਸਡਿਊਸਰ ਕੀ ਕਰ ਰਹੇ ਨੇ, ਪਹਿਲਾਂ ਤਾਂ ਇੱਕ ਗੱਲ ਜਿਹੜੀ ਸਮਝ ਲਓ ਦੁਬਾਰਾ, ਕਿ ਥਰਮਲ એનર્ਜੀ ਨੂੰ ਜਾਂ ਤਾਂ ਉਹ ਡਿਸਪਲੇਸਮੈਂਟ ਵਿੱਚ ਕਨਵਰਟ ਕਰਨਗੇ, ਜਾਂ ਪ੍ਰੈਸ਼ਰ ਵਿੱਚ ਕਨਵਰਟ ਕਰਨਗੇ, ਜਾਂ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰਨਗੇ, ਠੀਕ ਹੈ। ਉਹ ਜਦੋਂ ਤੁਹਾਡੇ ਘਰ ਦੇ ਵਿੱਚ ਜਿਹੜਾ ਥਰਮਾਮੀਟਰ ਯੂਜ਼ ਹੁੰਦਾ, ਠੀਕ ਹੈ, ਜਿਹਦੇ ਮਰਕਰੀ ਵਾਲਾ ਥਰਮਾਮੀਟਰ ਆਪਾਂ ਯੂਜ਼ ਕਰੀਦਾ, ਨਾਰਮਲ ਥਰਮਾਮੀਟਰ, ਉਹਦੇ ਵਿੱਚ ਕੀ ਹੁੰਦਾ, ਤੁਸੀਂ ਆਪਣੇ ਥਰਮਾਮੀਟਰ ਮੂੰਹ 'ਚ ਲਗਾਉਂਦੇ ਹੋ, ਤੁਹਾਡੀ ਬੋਡੀ ਤੋਂ ਜਿਹੜੀ ਹੀਟ ਨਿਕਲਦੀ ਹੈ, ਹੀਟ ਦੇ ਨਾਲ ਜਿਹੜਾ ਥਰਮਾਮੀਟਰ ਦੇ ਅੰਦਰ ਮਰਕਰੀ ਹੁੰਦਾ, ਮਰਕਰੀ ਕੀ ਕਰਦਾ ਹੈ? ਉੱਤੇ ਹੋ ਜਾਂਦਾ, ਠੀਕ ਹੈ, ਵੱਧ ਜਾਂਦਾ, ਰੈਫਰੈਂਸ ਉਹਦਾ ਲੈਵਲ ਵੱਧ ਜਾਂਦਾ, ਮਤਲਬ ਉੱਥੇ ਕੀ ਹੁੰਦਾ? ਡਿਸਪਲੇਸਮੈਂਟ ਹੋ ਰਹੀ ਹੈ, ਠੀਕ ਹੈ। ਉੱਥੇ ਕੀ ਹੋ ਰਿਹਾ? ਡਿਸਪਲੇਸਮੈਂਟ ਹੋ ਰਹੀ ਹੈ, ਮਰਕਰੀ ਦੀ ਕੀ ਹੁੰਦੀ ਹੈ? ਡਿਸਪਲੇਸਮੈਂਟ ਹੋ ਰਹੀ ਹੈ। ਇੱਦਾਂ ਹੀ ਹੁਣ ਦੇਖੋ ਜਿਹੜਾ ਇਨਫਰਾਰੈਡ ਜਿਹੜਾ ਟੈਂਪਰੇਚਰ ਆਪਾਂ ਮੇਜ਼ਰ ਕਰਦੇ ਥਰਮਾਮੀਟਰ, ਠੀਕ ਹੈ, ਜਿਹਦੇ ਵਿੱਚ ਅੱਜ ਕੱਲ੍ਹ ਕਰੋਨਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਾਫੀ ਯੂਜ਼ ਹੋ ਰਿਹਾ ਹੈ ਇਨਫਰਾਰੈਡ ਵਾਲਾ। ਉਹਦੇ ਵਿੱਚ ਕੀ ਹੈ, ਜਦੋਂ ਆਪਾਂ ਟੈਂਪਰੇਚਰ ਨੂੰ ਮੈਜ਼ਰ ਕਰਨ ਜਾਈਏ, ਠੀਕ ਹੈ, ਉਹਦੇ ਵਿੱਚ ਕੀ ਹੁੰਦਾ, ਜਿਹੜਾ ਸਾਡਾ ਟੈਂਪਰੇਚਰ ਹੈ, ਉਹ ਟੈਂਪਰੇਚਰ ਕੀ ਹੁੰਦਾ? ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕੀ ਹੋ ਰਿਹਾ? ਕਨਵਰਟ ਹੋ ਰਿਹਾ ਹੈ, ਠੀਕ ਹੈ। ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕੀ ਹੋ ਰਿਹਾ? ਕਨਵਰਟ ਹੋ ਰਿਹਾ ਹੈ। ਅੱਗੇ ਦੇਖੋ, ਇਹਨਾਂ ਕਲੀਅਰ ਹੋਇਆ ਕਿ ਕੋਈ ਡਾਊਟ ਇੱਥੇ ਤੱਕ ਅਜੇ? ਠੀਕ ਹੈ, ਪਰ ਠੀਕ ਹੈ, ਚਲੋ ਅੱਗੇ ਦੇਖੋ। ਦ ਮੇਨ ਦੇਖੋ ਕਹਿੰਦਾ, the main principle of temperature transducer, the main principle of temperature transducer is to measure the heat and transfer the information after converting it to a readable form। ਕਹਿੰਦਾ ਕੀ ਪਿਆ ਦੇਖੋ, ਕਹਿੰਦਾ ਜਿਹੜਾ ਟੈਂਪਰੇਚਰ ਟਰਾਂਸਡਿਊਸਰ ਹੈ ਉਹ ਕੀ ਕਰੂਗਾ? ਹੀਟ ਨੂੰ ਕੀ ਕਰੂਗਾ? ਜਿਹੜੀ ਹੀਟ ਹੈ, ਸਾਡੀ ਬੋਡੀ ਦੀ ਹੀਟ ਹੈ, ਉਹਨੂੰ ਕੀ ਕਰੂਗਾ? ਕਿਸੇ ਦੂਸਰੇ ਫਾਰਮ ਦੇ ਵਿੱਚ ਕਨਵਰਟ ਕਰੂਗਾ, ਰੀਡੇਬਲ ਫਾਰਮ। ਰੀਡੇਬਲ ਫਾਰਮ ਮਤਲਬ ਜਿਹਦਾ ਆਪਾਂ ਕਹੀਦਾ ਕਿ 98.4 ਤੋਂ ਜ਼ਿਆਦਾ ਹੋ ਗਿਆ ਜਾਂ 98.4 ਤੋਂ ਘੱਟ ਹੋ ਗਿਆ, ਠੀਕ ਹੈ। ਇੰਨੀ ਗੱਲ ਕਲੀਅਰ ਹੋਈ ਕਿ ਆਪਾਂ ਜਿਹੜਾ ਮੇਨ ਮੈਕੈਨਿਜ਼ਮ ਹੈ, ਚਾਹੇ ਆਪਾਂ ਮਰਕਰੀ ਵਾਲਾ ਟੈਂਪਰੇਚਰ ਯੂਜ਼ ਕਰ ਰਹੇ ਹਾਂ, ਠੀਕ ਹੈ, ਮਰਕਰੀ ਵਾਲਾ ਥਰਮਾਮੀਟਰ ਯੂਜ਼ ਕਰ ਰਹੇ ਹਾਂ, ਜਾਂ ਕੋਈ ਦੂਸਰਾ ਯੂਜ਼ ਕਰ ਰਹੇ ਹਾਂ, ਜਿਹੜਾ ਮੇਨ ਜਿਹੜਾ ਉਹਦੇ ਵਿੱਚ ਮਕੈਨਿਜ਼ਮ ਹੈ, ਮੇਨ ਜਿਹੜਾ ਪਰਪਸ ਹੈ, ਉਹ ਕੀ ਹੈ? ਜਿਹੜੀ ਸਾਡੀ ਬੋਡੀ ਦੀ ਹੀਟ ਹੈ ਉਹਨੂੰ ਰੀਡੇਬਲ ਫਾਰਮ ਦੇ ਵਿੱਚ ਕੀ ਕਰਨਾ? ਕਨਵਰਟ ਕਰਨਾ ਹੈ, ਠੀਕ ਹੈ। ਉਦੋਂ ਤਾਂ ਤੁਸੀਂ ਹੱਥ ਲਗਾ ਕੇ ਵੀ ਦੱਸ ਸਕਦੇ ਹੋ ਕਿਸੇ ਚੀਜ਼ ਨੂੰ ਕਿ ਇਹਨੂੰ ਬੁਖਾਰ ਹੋ ਗਿਆ ਜਾਂ ਇਹਨੂੰ ਫੀਵਰ ਹੋ ਗਿਆ, ਪਰ ਐਗਜ਼ੈਕਟਲੀ ਜਿਹੜੀ ਰੀਡਿੰਗ ਲੈਣ ਦੇ ਲਈ ਜਿਹੜਾ ਕੀ ਹੋਊਗਾ, ਜਿਹੜੀ ਸਾਡੀ ਬੋਡੀ ਦੀ ਹੀਟ ਹੈ ਉਹਨੂੰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਕਨਵਰਟ ਕਰਨਾ ਪਵੇਗਾ। ਇੱਥੇ ਤੱਕ ਕਿਸੇ ਨੂੰ ਡਾਊਟ? ਹਾਂਜੀ ਦੇਖੋ ਬੱਚੇ, ਜਦੋਂ ਆਪਾਂ ਕਹਿੰਦੇ ਕਿ ਸਾਨੂੰ ਬੁਖਾਰ ਹੋ ਗਿਆ ਜਾਂ ਫੀਵਰ ਹੋ ਗਿਆ, ਠੀਕ ਹੈ, ਆਪਾਂ ਇਦਾਂ ਹੀ ਕਹਿੰਦੇ ਨਾ, ਬੁਖਾਰ ਹੋ ਗਿਆ, ਫੀਵਰ ਹੋ ਗਿਆ, ਉਹਦੇ ਵਿੱਚ ਹੁੰਦਾ ਕੀ ਹੈ ਕਿ ਸਾਡੀ ਬੋਡੀ ਦਾ ਟੈਂਪਰੇਚਰ ਕੀ ਕਰਦਾ ਹੈ? ਵੱਧ ਜਾਂਦਾ ਹੈ, ਠੀਕ ਹੈ। ਬੋਡੀ ਦਾ ਟੈਂਪਰੇਚਰ ਕੀ ਹੋ ਜਾਂਦਾ ਹੈ? ਇਨਕਰੀਜ਼ ਹੋ ਜਾਂਦਾ ਹੈ, ਠੀਕ ਹੈ। ਹੁਣ ਆਪਾਂ ਕੋਈ ਵੀ ਡਿਵਾਈਸ ਯੂਜ਼ ਕਰਨਾ ਹੈ ਸਾਡੀ ਬੋਡੀ ਦੇ ਟੈਂਪਰੇਚਰ ਨੂੰ ਮੈਜ਼ਰ ਕਰਨ ਲਈ, ਜਾਂ ਕਿਤੇ ਵੀ ਜਨਰਲ ਪਰਪਸ ਹੀ ਲੈ ਲਓ, ਕਿਤੇ ਵੀ ਆਪਾਂ ਕਿਸੇ ਚੀਜ਼ ਦਾ ਟੈਂਪਰੇਚਰ ਮੈਜ਼ਰ ਕਰਨਾ ਹੈ, ਠੀਕ ਹੈ, ਇਹਦਾ ਮਤਲਬ ਜਿਹੜੀ ਉਹ ਹੀਟ ਜਨਰੇਟ ਕਰ ਰਹੀ ਹੈ ਬੋਡੀ, ਠੀਕ ਹੈ, ਉਹ ਜਿਹੜੀ ਬੋਡੀ ਹੀਟ ਜਨਰੇਟ ਕਰ ਰਹੀ ਹੈ ਉਹਨੂੰ ਕੀ ਕਰਨਾ ਪਊਗਾ? ਇੱਕ ਰੀਡੇਬਲ ਫਾਰਮ ਦੇ ਵਿੱਚ ਕਨਵਰਟ ਕਰਨਾ ਪਵੇਗਾ। ਰੀਡੇਬਲ ਫਾਰਮ ਦਾ ਮਤਲਬ ਜਿਹਦੀ ਰੀਡਿੰਗ ਆਣੀ ਚਾਹੀਦੀ ਸਾਨੂੰ, ਠੀਕ ਹੈ। ਰੀਡਿੰਗ ਆਏਗੀ ਤਾਂ ਹੀ ਤਾਂ ਸਾਨੂੰ ਪਤਾ ਚੱਲੇਗਾ ਕਿ ਇਹ ਇੰਨਾ ਟੈਂਪਰੇਚਰ ਜਿਹੜਾ ਹੈਗਾ
ਉਹ ਹੋ ਗਿਆ, ਜਾਂ ਇੰਨਾ ਟੈਂਪਰੇਚਰ ਉਸ ਤੋਂ ਬਾਅਦ ਕੀ ਹੋ ਗਿਆ, ਟੈਂਪਰੇਚਰ ਕੀ ਹੈ ਘਟ ਗਿਆ। ਇੰਨਾ ਚੀਜ਼ ਤਾਂ ਕਲੀਅਰ ਹੋਈ। ਠੀਕ ਹੈ, ਹੁਣ ਦੇਖੋ ਅੱਗੇ ਕੀ ਕਹਿੰਦਾ ਹੈ। ਕਹਿੰਦਾ ਥਰਮਲ એનર્ਜੀ ਤੋਂ ਆਪਾਂ ਰੀਡੇਬਲ ਫਾਰਮ ਕਿੱਦਾਂ ਲੈ ਸਕਦੇ ਆ, ਜਾਂ ਤਾਂ ਡਿਸਪਲੇਸਮੈਂਟ ਦੀ ਫਾਰਮ 'ਚ ਆਪਾਂ ਹੀਟ ਨੂੰ ਕਨਵਰਟ ਕਰੀਏ, ਜਾਂ ਪ੍ਰੈਸ਼ਰ 'ਚ ਕਨਵਰਟ ਕਰੀਏ, ਤੇ ਜਾਂ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਹੀਟ ਨੂੰ ਕਨਵਰਟ ਕਰੀਏ। ਠੀਕ ਹੈ, ਜਿੱਦਾਂ ਤੁਹਾਡਾ ਘਰ ਦੇ ਵਿੱਚ ਜਿਹੜਾ ਥਰਮਾਮੀਟਰ ਯੂਜ਼ ਹੁੰਦਾ, ਮਰਕਰੀ ਥਰਮਾਮੀਟਰ, ਉਹਦੇ ਵਿੱਚ ਜਿਹੜੀ ਹੀਟ ਹੈ ਉਹ ਡਿਸਪਲੇਸਮੈਂਟ ਵਿੱਚ ਕਨਵਰਟ ਹੁੰਦੀ ਹੈ। ਜਿਹੜਾ ਇਨਫਰਾਰੈਡ ਹੈ ਉਹਦੇ ਵਿੱਚ ਹੀਟ ਜਿਹੜੀ ਕੀ ਕੀਤੀ ਜਾਂਦੀ ਹੈ, ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰਤੀ ਜਾਂਦੀ ਹੈ। ਹੁਣ ਇਹ ਕੁਝ ਕਹਿੰਦਾ ਕਰੈਕਟਰਿਸਟਿਕਸ ਆਫ ਟੈਂਪਰੇਚਰ ਟ੍ਰਾਂਸਡਿਊਸਰ। ਇਹ ਕੁਝ ਕਰੈਕਟਰਿਸਟਿਕਸ ਨੇ ਟੈਂਪਰੇਚਰ ਟ੍ਰਾਂਸਡਿਊਸਰ ਦੇ। ਸਭ ਤੋਂ ਪਹਿਲਾਂ ਕੀ ਹੈ, ਦਾ ਇਨਪੁਟ ਇਜ਼ ਆਲਵੇਜ਼ ਅ ਥਰਮਲ ਕੁਆਂਟੀਟੀ। ਜਿਹੜੀ ਇਨਪੁਟ ਹੋਏਗੀ ਉਹ ਹਮੇਸ਼ਾ ਕੀ ਰਹੇਗੀ, ਇਹਦੇ ਵਿੱਚ ਇੱਕ ਥਰਮਲ ਕੁਆਂਟੀਟੀ ਰਹੇਗੀ ਟੈਂਪਰੇਚਰ ਦੇ ਵਿੱਚ। ਠੀਕ ਹੈ, ਕੋਈ ਵੀ ਥਰਮਾਮੀਟਰ ਹੈ, ਤੁਸੀਂ ਮੈਜਰ ਕਰਨ ਜਾ ਰਹੇ ਹੋ, ਟੈਂਪਰੇਚਰ ਮੈਜਰ ਕਰਨ ਜਾ ਰਹੇ ਹੋ, ਮੈਜਰ ਤਾਂ ਬੇਸਿਕਲੀ ਹੀਟ ਨੂੰ ਹੀ ਕਰ ਰਹੇ ਹੋ ਕਿ ਉਹ ਕਿੰਨੀ ਹੀਟ ਜਨਰੇਟ ਕਰ ਰਿਹਾ, ਜਾਂ ਉਹਦਾ ਉਹ 'ਚ ਕਿੰਨੀ ਬੋਡੀ ਕੀ ਕਰ ਰਹੀ ਹੈ, એનર્ਜੀ ਐਮਿਟ ਕਰ ਰਹੀ ਹੈ, ਥਰਮਲ એનર્ਜੀ ਐਮਿਟ ਕਰ ਰਹੀ ਹੈ। ਇੰਨਾ ਕਲੀਅਰ ਹੋਇਆ ਕਿ ਨਹੀਂ? ਠੀਕ ਹੈ, ਜਦੋਂ ਵੀ ਆਪਾਂ ਕਿਸੇ ਬੋਡੀ ਦੀ ਟੈਂਪਰੇਚਰ ਨੂੰ ਮੈਜਰ ਕਰਨਾ, ਬੇਸਿਕਲੀ ਤਾਂ ਆਪਾਂ ਇਹੀ ਮੈਜਰ ਕਰ ਰਹੇ ਹਾਂ ਕਿ ਉਹ ਵਾਲੀ ਬੋਡੀ ਕਿੰਨਾ ਹੀਟ ਕੀ ਕਰ ਰਹੀ ਹੈ, ਜਨਰੇਟ ਕਰ ਰਹੀ ਹੈ। ਠੀਕ ਹੈ, ਇਸ ਲਈ ਕਹਿੰਦਾ ਪਹਿਲਾ ਪੁਆਇੰਟ ਦੇਖੋ, ਕਹਿੰਦਾ ਦ ਇਨਪੁਟ ਇਜ਼ ਆਲਵੇਜ਼ ਅ ਥਰਮਲ ਕੁਆਂਟੀਟੀ। ਜਿਹੜੀ ਇਨਪੁਟ ਹੈ ਉਹ ਕੀ ਹੋਗੀ, ਹਮੇਸ਼ਾ ਇੱਕ ਥਰਮਲ ਕੁਆਂਟੀਟੀ ਹੋਏਗੀ। ਟ੍ਰਾਂਸਡਿਊਸਰ ਕੀ ਕਰੇਗਾ, ਥਰਮਲ ਕੁਆਂਟੀਟੀ ਨੂੰ ਇੱਕ ਕੋਈ ਦੂਸਰੀ ਕੁਆਂਟੀਟੀ ਵਿੱਚ ਕਨਵਰਟ ਕਰ ਦੇਗਾ, ਅਲਟਰਨੇਟਿੰਗ ਕੁਆਂਟੀਟੀ ਦੇ ਵਿੱਚ। ਠੀਕ ਹੈ, ਤੇ ਬੇਸਿਕਲੀ ਇਹਦਾ ਪਰਪਸ ਕੀ ਹੈ, ਇਟ ਇਜ਼ ਯੂਜ਼ਡ ਫॉर ਮੈਜਰਿੰਗ ਦਾ ਟੈਂਪਰੇਚਰ ਐਂਡ ਹੀਟ ਫਲੋ ਆਫ ਦਾ ਡਿਵਾਈਸ। ਟੈਂਪਰੇਚਰ ਮੈਜਰ ਕਰਨ ਲਈ ਤਾਂ ਉਹਦੀ ਹੀਟ ਫਲੋ ਮੈਜਰ ਕਰਨ ਲਈ ਇਹਦਾ ਯੂਜ਼ ਹੋਏਗਾ। ਹੁਣ ਇਹਦੇ ਵਿੱਚ ਅਗਲਾ ਟੌਪਿਕ ਹੈ ਟ੍ਰਾਂਸਡਿਊਸਰ ਦੇ ਵਿੱਚ ਹੀ, ਟੈਂਪਰੇਚਰ ਟ੍ਰਾਂਸਡਿਊਸਰ ਦੇ ਵਿੱਚ ਹੀ ਸੈਂਸਿੰਗ ਐਲੀਮੈਂਟ। ਠੀਕ ਹੈ, ਸੈਂਸਿੰਗ ਐਲੀਮੈਂਟ ਦੇਖੋ ਕੀ ਹੈ, ਸੈਂਸਿੰਗ ਐਲੀਮੈਂਟ ਦਾ ਕੰਮ ਹੈ, the sensing element which is used in the temperature transducer must have the properties of changing the characteristics with the variation of temperature। ਦੇਖੋ ਕਹਿਣਾ ਕੀ ਚਾਹ ਰਿਹਾ ਹੈ, ਹੁਣ ਜਦੋਂ ਆਪਾਂ ਥਰਮਾਮੀਟਰ ਦੀ ਗੱਲ ਕਰੀਏ, ਜਿਹੜਾ ਨਾਰਮਲ ਥਰਮਾਮੀਟਰ ਹੈ, ਠੀਕ ਹੈ, ਉਹਦੇ ਵਿੱਚ ਜਿਹੜਾ ਅੱਗੇ ਸੈਂਸਿੰਗ ਐਲੀਮੈਂਟ, ਉਹਦੇ ਵਿੱਚ ਤਾਂ ਮਰਕਰੀ ਹੈ ਨਾ। ਮਰਕਰੀ ਕੀ ਕਰਦਾ ਪਿਆ ਕਿ ਜੋ ਤੁਸੀਂ ਹੀਟ ਸਾਡੀ ਜਨਰੇਟ ਹੋ ਰਹੀ ਹੈ, ਉਹਨੂੰ ਕੀ ਕਰਦਾ, ਇੱਕ ਰੀਡਿੰਗ ਦੇ ਵਿੱਚ ਕੀ ਕਰਦਾ, ਕਨਵਰਟ ਕਰ ਦਿੰਦਾ। ਠੀਕ ਹੈ, ਹੁਣ ਦੇਖੋ ਜਿਹੜਾ ਕਹਿੰਦਾ ਸੈਂਸਿੰਗ ਐਲੀਮੈਂਟ ਯੂਜ਼ ਕਰਨਾ ਹੈ ਟੈਂਪਰੇਚਰ ਮੇਜਰ ਕਰਨ ਲਈ, ਉਹਦੇ ਕੁਝ ਪ੍ਰੋਪਰਟੀਜ਼ ਹੋਣੀ ਚਾਹੀਦੀ ਹੈ। ਫਸਟ ਪ੍ਰੋਪਰਟੀ ਕੀ ਹੈ, ਦ ਟੈਂਪਰੇਚਰ ਆਫ ਸੈਂਸਿੰਗ ਐਲੀਮੈਂਟਸ ਕਨਵਰਟ ਦਾ ਟੈਂਪਰੇਚਰ ਇਨਟੂ ਹੀਟ। ਜਿਹੜਾ ਟੈਂਪਰੇਚਰ ਸੈਂਸਿੰਗ ਐਲੀਮੈਂਟ ਹੈ, ਉਹਦੇ ਵਿੱਚ ਇੰਨੀ ਐਬਿਲਿਟੀ ਹੋਣੀ ਚਾਹੀਦੀ ਕਿ ਟੈਂਪਰੇਚਰ ਜਿਹੜਾ ਮੈਜਰ ਕਰ ਰਿਹਾ ਉਹਨੂੰ ਹੀਟ ਦੀ ਫਾਰਮ ਦੇ ਵਿੱਚ ਉਹਨੂੰ ਰੀਡਿੰਗ ਲੈ ਸਕੇ। ਠੀਕ ਹੈ, ਔਰ ਜਿਹੜਾ ਰੈਜ਼ਿਸਟੈਂਸ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ। ਠੀਕ ਹੈ, ਤੇ ਉਹਦੀ ਰੈਜ਼ਿਸਟਿਵਿਟੀ ਵੀ ਕੀ ਹੈ, ਜ਼ਿਆਦਾ ਹੋਣੀ ਚਾਹੀਦੀ ਹੈ। ਇਹ ਵਾਲੇ ਪੁਆਇੰਟ ਆਪਾਂ ਅੱਗੇ ਡਿਸਕਸ ਕਰਦੇ ਹਾਂ, ਕਿਉਂ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਉਹਦੀ ਜ਼ਿਆਦਾ ਹੋਣੀ ਚਾਹੀਦੀ ਹੈ। ਦੇਖੋ ਟਾਈਪਸ ਆਫ ਟੈਂਪਰੇਚਰ ਟ੍ਰਾਂਸਡਿਊਸਰ। ਟੈਂਪਰੇਚਰ ਟ੍ਰਾਂਸਡਿਊਸਰ ਦੇਖੋ ਦੋ ਤਰੀਕੇ ਦੇ ਹੁੰਦੇ ਨੇ, ਇੱਕ ਤਾਂ ਕੰਟੈਕਟ ਬੇਸਡ, ਇੱਕ ਨੋਨ ਕੰਟੈਕਟ ਬੇਸਡ। ਹੁਣ ਮੈਨੂੰ ਦੱਸੋ, ਜਿਹੜਾ ਮਰਕਰੀ ਵਾਲਾ ਥਰਮਾਮੀਟਰ ਹੈ, ਜਾਂ ਉਹਨੂੰ ਟ੍ਰਾਂਸਡਿਊਸਰ ਕਹਿ ਸਕਦੇ ਹੋ ਤੁਸੀਂ, ਉਹ ਕੰਟੈਕਟ ਬੇਸਡ ਹੈ ਕਿ ਨੋਨ ਕੰਟੈਕਟ ਬੇਸਡ ਹੈ? ਠੀਕ ਹੈ, ਕੰਟੈਕਟ ਦਾ ਮਤਲਬ ਕੀ ਹੈ ਕਿ ਅਗਰ ਆਪਾਂ ਜਿਹੜੀ ਵੀ ਚੀਜ਼ ਦੀ ਬੋਡੀ ਦਾ, ਜਿਹੜੀ ਵੀ ਚੀਜ਼ ਦਾ ਆਪਾਂ ਟੈਂਪਰੇਚਰ ਮੈਜਰ ਕਰਨਾ ਹੈ, ਸਾਨੂੰ ਕੀ ਕਰਨਾ ਪਊਗਾ, ਥਰਮਾਮੀਟਰ ਨੂੰ ਉਹਦੇ ਕੰਟੈਕਟ ਦੇ ਵਿੱਚ ਲੈ ਕੇ ਆਣਾ ਪਵੇਗਾ। ਠੀਕ ਹੈ, ਇੰਨੀ ਗੱਲ ਤਾਂ ਕਲੀਅਰ ਹੋਈ ਸਭ ਤੋਂ ਪਹਿਲਾਂ ਕਿ ਕੰਟੈਕਟ ਜਿਹੜਾ ਟੈਂਪਰੇਚਰ ਜਿਹੜਾ ਹੈਗਾ ਆ ਸੈਂਸਰ ਡਿਵਾਈਸ ਹੈ, ਉਹਦੇ ਵਿੱਚ ਕੀ ਹੋਊਗਾ, ਉਹਦੀ ਮੇਨ ਕੰਡੀਸ਼ਨ ਕੀ ਹੈ ਕਿ ਡਿਵਾਈਸ ਨੂੰ ਕੀ ਕਰਨਾ ਪਵੇਗਾ, ਜਿਹੜਾ ਸੋਰਸ ਹੈ ਉਹਦੇ ਡਾਇਰੈਕਟਲੀ ਕੰਟੈਕਟ ਦੇ ਵਿੱਚ ਲੈ ਕੇ ਆਣਾ ਪਵੇਗਾ। ਥਰਮਲ ਸੋਰਸ ਦੇ ਡਾਇਰੈਕਟਲੀ ਕੰਟੈਕਟ ਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਹੈ। ਠੀਕ ਹੈ, ਨੋਨ ਕੰਟੈਕਟ ਟਾਈਪ ਦੇ ਵਿੱਚ ਕੀ ਹੋਣਾ ਕਿ ਭਾਵੇਂ ਸਾਡਾ ਕੰਟੈਕਟ ਦੇ ਵਿੱਚ ਹੈ ਜਾਂ ਨਹੀਂ ਹੈ, ਔਰ ਜਿਹੜਾ ਨੋਨ ਕੰਟੈਕਟ ਬੇਸਡ ਕੀ ਹੈ, ਉਹਨੂੰ ਕੰਟੈਕਟ ਦੇ ਵਿੱਚ ਲਿਆਉਣ ਦੀ ਜ਼ਰੂਰਤ ਨਹੀਂ, ਉਹ ਉਦਾਂ ਹੀ ਕੀ ਕਰੂਗਾ, ਬੋਡੀ ਦਾ ਟੈਂਪਰੇਚਰ ਬਿਨਾਂ ਕੰਟੈਕਟ ਦੇ ਵਿੱਚ ਲਿਆਏ ਹੀ ਬੋਡੀ ਦਾ ਟੈਂਪਰੇਚਰ ਕੀ ਕਰ ਸਕਦਾ ਹੈ, ਮੈਜਰ ਕਰ ਸਕਦਾ ਹੈ। ਨੋਨ ਕੰਟੈਕਟ ਬੇਸਡ ਦੀ ਕੋਈ ਐਗਜ਼ਾਮਪਲ? ਬਿਲਕੁਲ ਸਹੀ ਜੀ, ਇਨਫਰਾਰੈਡ ਥਰਮਾਮੀਟਰ ਜਿਹੜਾ ਅੱਜ ਕੱਲ੍ਹ ਤੁਸੀਂ ਯੂਜ਼ ਕਰਦੇ ਹੋ। ਠੀਕ ਹੈ, ਘਰਾਂ ਵਿੱਚ ਤੁਹਾਡੇ ਕਰੋਨਾ ਦੇ ਟਾਈਮ ਦੇ ਵਿੱਚ ਕਾਫੀ ਪਪੂਲਰ ਵੀ ਹੋ ਗਿਆ ਇਨਫਰਾਰੈਡ। ਇਨਫਰਾਰੈਡ ਥਰਮਾਮੀਟਰ ਕੰਮ ਕਿੱਦਾਂ ਕਰਦਾ?
ਕੋਈ ਦੱਸ ਸਕਦਾ? ਹੋਰ ਕੋਈ? ਹੋਰ ਕੋਈ ਬੱਚਾ ਦੱਸਣਾ ਚਾਹੇਗਾ ਇਹ ਕਿੱਦਾਂ ਕੰਮ ਕਰਦਾ ਹੈ? ਹਾਂਜੀ ਹਾਂਜੀ, ਜਿਹੜਾ ਅੱਜ ਕੱਲ ਯੂਜ਼ ਹੋ ਰਿਹਾ ਗਨ ਵਾਂਗ ਹੁੰਦਾ ਹੈ ਕਿ ਤੁਸੀਂ ਬਟਨ ਦਬਾਉਂਦੇ ਹੋ ਮੱਥੇ ਦੇ ਕੋਲ ਜਾ ਕੇ। ਉਹ ਕੰਮ ਕਿੱਦਾਂ? ਅੱਛਾ। ਹਾਂ ਹਾਂ। ਹੋਰ ਕੋਈ? ਹੋਰ ਕੋਈ ਦੱਸ ਸਕਦਾ? ਨਹੀਂ, ਉਹ ਤਾਂ ਠੀਕ ਹੈ, ਮੈਂ ਪੁੱਛਣਾ ਕਿ ਵਰਕ ਕਿੱਦਾਂ ਕਰਦਾ। ਕੋਈ ਦੱਸ ਸਕਦਾ ਹੋਰ ਕੋਈ? ਦੇਖੋ ਇਨਫਰਾਰੈਡ ਦੇ ਵਿੱਚ ਤੁਸੀਂ ਇੱਕ ਦੋ ਨੇ ਸਹੀ ਵੀ ਦੱਸਿਆ ਕਿ ਇਨਫਰਾਰੈਡ ਜਿਹੜਾ ਥਰਮਾਮੀਟਰ ਹੈ ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਇਨਫਰਾਰੈਡ ਜਿਹੜੀ ਰੇਜ਼ ਹੈ ਉਹਨੂੰ ਆਪਾਂ ਕੀ ਕਰ ਰਹੇ ਹਾਂ, ਉਹ ਆਪਾਂ ਕੀ ਕਰ ਰਹੇ ਹਾਂ, ਮੈਜ਼ਰ ਕਰ ਰਹੇ ਹਾਂ। ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਆਪਾਂ ਇਨਫਰਾਰੈਡ ਲਾਈਟ ਜਿਹੜੀ ਹੈਗੀ ਹੈ ਫੋਕਸ ਕੀਤੀ ਜਾਂਦੀ ਹੈ, ਇਨਫਰਾਰੈਡ ਲਾਈਟ ਛੱਡੀ ਜਾਂਦੀ ਹੈ। ਇਨਫਰਾਰੈਡ ਲਾਈਟ ਜਦੋਂ ਰਿਫਲੈਕਟ ਹੋ ਕੇ ਵਾਪਸ ਆਉਂਦੀ ਹੈ ਉਸ ਚੀਜ਼ ਤੋਂ, ਠੀਕ ਹੈ, ਉਹ ਉਹਦੇ ਵਿੱਚ ਕਿੰਨਾ ਪਾਰਟੀਕਲਸ ਦੇ ਵਿੱਚ એનર્ਜੀ ਦੇ ਵਿੱਚ ਚੇਂਜ ਆਇਆ ਹੈਗਾ ਆ, ਠੀਕ ਹੈ, ਉਹਦੇ ਬੇਸ ਦੇ ਉੱਤੇ ਜਿਹੜਾ ਹੈਗਾ ਆ ਇਨਫਰਾਰੈਡ ਥਰਮਾਮੀਟਰ ਟੈਂਪਰੇਚਰ ਨੂੰ ਮੈਜ਼ਰ ਕਰਦਾ ਹੈ। ਠੀਕ ਹੈ। ਕਿਹੜਾ ਥਰਮਾਮੀਟਰ ਦਾ ਫਿਰ ਆਪਾਂ ਕਹਿ ਸਕਦੇ ਕਿ ਜ਼ਿਆਦਾ ਵਧੀਆ ਹੈ, ਮਰਕਰੀ ਵਾਲਾ ਕਿ ਇਨਫਰਾਰੈਡ? ਇਨਫਰਾਰੈਡ ਜ਼ਿਆਦਾ ਵਧੀਆ ਕਿਉਂਕਿ ਜੀ ਇੱਕ ਤਾਂ ਐਕੂਰੇਸੀ ਜ਼ਿਆਦਾ ਹੈ, ਇਹਦੇ ਵਿੱਚ ਇੱਕ ਤਾਂ ਬੋਡੀ ਕੰਟੈਕਟ, ਆਪਾਂ ਬੋਡੀ ਦੇ ਕੰਟੈਕਟ ਦੇ ਵਿੱਚ ਨਹੀਂ ਲਿਆਂਦੇ ਉਹਨੂੰ, ਠੀਕ ਹੈ, ਉਹਨੂੰ ਕੰਟੈਕਟ ਦੇ ਵਿੱਚ ਨਹੀਂ ਲਿਆਈਦਾ, ਇਸ ਕਰਕੇ ਉਹਦੇ ਵਿੱਚ ਵੀ ਕੀ ਹੋ ਜਾਂਦਾ ਸਾਨੂੰ ਕੈਲਕੂਲੇਟ ਕਰਨਾ, ਕੰਟੈਕਟ ਦੇ ਵਿੱਚ ਨਹੀਂ ਲਿਆਂਦਾ, ਇਸ ਕਰਕੇ ਜਿਹੜਾ ਅੱਜ ਕੱਲ੍ਹ ਕਰੋਨਾ ਦੇ ਵਿੱਚ ਦਾ ਪ੍ਰੋਬਲਮ ਆ ਰਹੀ ਹੈ, ਠੀਕ ਹੈ, ਕਿ ਕੰਟੇਜੀਅਸ ਜਿਹੜੇ ਡਿਸੀਜ਼ਜ਼ ਨੇ ਉਹ ਫੈਲ ਸਕਦੇ ਨੇ, ਉਹ ਵੀ ਪ੍ਰੋਬਲਮ ਸਾਨੂੰ ਫੇਸ ਨਹੀਂ ਕਰਨੀ ਪੈਂਦੀ। ਠੀਕ ਹੈ। ਨੈਕਸਟ ਦੇਖੋ, ਜਿਹੜਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਟੈਂਪਰੇਚਰ ਟਰਾਂਸਡਿਊਸਰ, ਉਹ ਹੈਗਾ ਥਰਮਿਸਟਰ। ਠੀਕ ਹੈ। ਥਰਮਿਸਟਰ ਦੇਖੋ ਕੀ ਹੈ, ਥਰਮਿਸਟਰ ਤੋਂ ਸਭ ਤੋਂ ਪਹਿਲਾਂ ਜਿਹੜਾ ਵਰਡ ਹੈ ਉਹ ਕੀ ਹੈ, ਥਰਮਲ ਰਜਿਸਟਰ। ਠੀਕ ਹੈ। ਥਰਮਿਸਟਰ ਜਿਹੜਾ ਇੱਕ ਉਹ ਤੋਂ ਟਰਮ ਤੋਂ ਬਣਿਆ ਜਿਹਦਾ ਨਾਮ ਕੀ ਹੈ, ਥਰਮਲ ਪਲੱਸ ਰਜਿਸਟਰ। ਠੀਕ ਹੈ, ਦੋ ਵਰਡਸ ਦੇ ਕੰਬੀਨੇਸ਼ਨ ਤੋਂ ਬਣਿਆ ਥਰਮਿਸਟਰ, ਥਰਮਲ ਪਲੱਸ ਰਜਿਸਟਰ। ਕੀ ਕਰਦਾ ਹੋਊਗਾ ਥਰਮਿਸਟਰ, ਕੋਈ ਦੱਸ ਸਕਦਾ ਮੈਨੂੰ, ਕਿਸੇ ਨੂੰ ਕੋਈ ਆਈਡੀਆ? ਹਾਂਜੀ ਬਹੁਤ ਸਹੀ, ਹੋਰ ਕੋਈ? ਬਿਲਕੁਲ ਸਹੀ ਹੈ। ਹੋਰ ਕੋਈ ਦੱਸ ਸਕਦਾ? ਬਿਲਕੁਲ ਸਹੀ ਦੱਸਿਆ ਵੈਸੇ ਨੇ। ਥਰਮਿਸਟਰ ਕੀ ਹੈ, ਦੇਖੋ ਇੱਕ ਐਸਾ ਡਿਵਾਈਸ ਹੈ ਜਿਹੜੀ ਰੈਜ਼ਿਸਟੈਂਸ ਕਿੱਦਾਂ ਚੇਂਜ ਕਰ ਰਹੀ ਹੈ, ਹੀਟ ਦੇ ਬੇਸ ਤੇ ਚੇਂਜ ਹੁੰਦੀ ਹੈ, ਉਹਨੂੰ ਕਹਿ ਦਿੱਤਾ ਜਾਂਦਾ ਹੈ ਥਰਮਿਸਟਰ। ਠੀਕ ਹੈ। Therefore, the word thermistor can be termed as thermal resistor. So, as the name indicate, it is a device whose resistance changes with the change in temperature. ठीक है, whose resistance changes, resistance ਜਿਹੜੀ change ਕਰਦੀ ਹੈ with change in temperature. ठीक है. Due to very high sensitivity, they are widely used for the measurement of temperature, and they are usually called the ideal temperature transducer. ठीक है. Thermistors are generally composed of mixture of metallic oxides. ਮੈਟੈਲਿਕ ਆਕਸਾਈਡ ਯੂਜ਼ ਕਰਕੇ ਜਿਹੜਾ ਹੈਗਾ ਥਰਮਿਸਟਰ ਜਿਹੜਾ ਹੈਗਾ ਆ ਬਣਦਾ ਹੈ। ਠੀਕ ਹੈ। ਹੁਣ ਤੁਹਾਨੂੰ ਕਿੱਦਾਂ ਇਹ ਥਰਮਿਸਟਰ ਕੰਮ ਕਿੱਦਾਂ ਕਰਦੇ ਹੋਗੇ, ਤਾਂ ਕਿੱਦਾਂ ਆਪਾਂ ਟੈਂਪਰੇਚਰ ਮੇਜਰਮੈਂਟ ਕਰਨ ਦੇਵਾਂਗੇ?
ਦੱਸੋ। ਤੁਸੀਂ ਇੰਨਾ ਤਾਂ ਦੱਸ ਦਿੱਤਾ ਕਿ ਰੈਜ਼ਿਸਟੈਂਸ ਚੇਂਜ ਹੁੰਦੀ ਹੈ ਉਹਦੀ, ਠੀਕ ਹੈ, ਪਰ ਕਿੱਦਾਂ ਫਿਰ ਉਹ ਕੰਮ ਕਿੱਦਾਂ ਕਰਦੇ ਹੋਗੇ? ਦੱਸੇ ਕੋਈ ਜਣਾ ਕਿੱਦਾਂ ਟੈਂਪਰੇਚਰ ਕਿੱਦਾਂ ਮੈਜ਼ਰਮੈਂਟ ਕਰ ਲੈਂਦਾ ਹੋਊਗਾ? ਹਾਂਜੀ, ਦੇਖੋ ਇਹਦੇ ਵਿੱਚ ਕੀ ਹੈ, ਸਿੰਪਲ ਮੈਥਡ ਹੈ। ਤੁਸੀਂ ਆਪ ਹੀ ਦੱਸਿਆ ਕਿ ਜਿੱਦਾਂ ਦਾ ਟੈਂਪਰੇਚਰ ਚੇਂਜ ਹੋਊਗਾ ਉਹਦੀ ਰੈਜ਼ਿਸਟੈਂਸ ਕੀ ਕਰੇਗੀ, ਚੇਂਜ ਹੋਏਗੀ, ਠੀਕ ਹੈ। ਜੇ ਰੈਜ਼ਿਸਟੈਂਸ ਚੇਂਜ ਹੋਏਗੀ ਤਾਂ ਜਿਹੜਾ ਉਹਦੇ ਵਿੱਚੋਂ ਕਰੰਟ ਫਲੋ ਕਰੇਗਾ ਉਹ ਕੀ ਹੁੰਦਾ ਰਹੂਗਾ, ਚੇਂਜ ਹੁੰਦਾ ਰਹੂਗਾ। ਜੇ ਕਰੰਟ ਫਲੋ ਚੇਂਜ ਹੁੰਦਾ ਰਹੂਗਾ ਤੇ ਉਹਨੂੰ ਆਪਾਂ ਇੱਕ ਰੀਡਿੰਗ ਦੇ ਫਾਰਮ ਦੇ ਵਿੱਚ ਉਹਨੂੰ obtained ਕਰ ਸਕਦੇ ਹਾਂ। ਕਲੀਅਰ ਹੋਈ ਇੰਨੀ ਗੱਲ? ਦੇਖੋ ਥਰਮਿਸਟਰ ਕੰਮ ਕਿੱਦਾਂ ਕਰਦਾ ਹੈ? ਥਰਮਿਸਟਰ ਜਿਹੜੀ ਹੈਗੀ ਆਪਾਂ ਕਿਹਾ ਕਿ ਜਿਹੜੀ ਰੈਜ਼ਿਸਟੈਂਸ ਹੈ ਚੇਂਜ ਕਰਦੀ ਹੈ ਕਿਹਦੇ ਨਾਲ, ਟੈਂਪਰੇਚਰ ਦੇ ਨਾਲ, ਠੀਕ ਹੈ। ਕੋਈ ਇੱਕ ਰਜਿਸਟਰ ਹੈ ਜਿਹੜੀ ਰੈਜ਼ਿਸਟੈਂਸ ਚੇਂਜ ਕਰਦੀ ਹੈ ਟੈਂਪਰੇਚਰ ਦੇ ਨਾਲ, ਠੀਕ ਹੈ। ਹੁਣ ਸਪੋਜ਼ ਕਰੋ ਜਿੱਦਾਂ ਜਿੱਦਾਂ ਟੈਂਪਰੇਚਰ ਚੇਂਜ ਕਰੂਗਾ ਉਹਦੀ ਰੈਜ਼ਿਸਟੈਂਸ ਕੀ ਕਰੇਗੀ, ਚੇਂਜ ਹੋਏਗੀ। ਜਿੱਦਾਂ ਜਿੱਦਾਂ ਰੈਜ਼ਿਸਟੈਂਸ ਚੇਂਜ ਹੋਏਗੀ ਉਹਦੇ ਵਿੱਚ ਜਿਹੜਾ ਕਰੰਟ ਫਲੋ ਕਰ ਰਿਹਾ ਹੋਊਗਾ ਉਹਦੀ ਵੈਲਿਊ ਚੇਂਜ ਹੋਏਗੀ। ਉਹਦੀ ਵੈਲਿਊ ਚੇਂਜ ਹੋਏਗੀ ਤਾਂ ਉਹ ਤੋਂ ਸਾਨੂੰ ਆਪਾਂ ਇੱਕ ਸਾਨੂੰ ਰੀਡਿੰਗ ਮਿਲ ਜਾਏਗੀ, ਉਹਨੂੰ ਚੇਂਜ ਨੂੰ ਆਪਾਂ ਮੈਜਰ ਕਰ ਸਕਦੇ ਹਾਂ, ਇੱਕ ਰੀਡਿੰਗ ਦੀ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਹਾਂਜੀ ਦੱਸੋ, ਕੋਈ ਡਾਊਟ ਇਹਦੇ ਵਿੱਚ ਹਜੇ? ਠੀਕ ਹੈ, ਮੇਨ ਫੰਡਾ ਇਹੀ ਹੈ ਕਿ ਟੈਂਪਰੇਚਰ ਦੇ ਨਾਲ ਰੈਜ਼ਿਸਟੈਂਸ ਚੇਂਜ ਹੋ ਜਾਏਗੀ। ਜਿੱਦਾਂ ਜਿੱਦਾਂ ਰੈਜ਼ਿਸਟੈਂਸ ਚੇਂਜ ਕਰੀਏ ਜਿਹੜਾ ਕਰੰਟ ਫਲੋ ਹੋਊਗਾ ਉਹ ਚੇਂਜ ਹੋਊਗਾ, ਉਹ ਤੋਂ ਆਪਾਂ ਇੱਕ ਰੀਡਿੰਗ ਫਿਰ ਬਾਅਦ ਚ ਕੀ ਕਰ ਸਕਦੇ ਹਾਂ, obtain ਕਰ ਸਕਦੇ, ਠੀਕ ਹੈ। ਆ ਇਹਦੀਆਂ ਜੀ ਕੁਝ ਪ੍ਰੋਪਰਟੀਜ਼ ਨੇ। ਇੱਕ ਤਾਂ ਜਿਹੜਾ ਥਰਮਿਸਟਰ ਦਾ ਉਹਦੇ ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ ਹੈ, ਠੀਕ ਹੈ। ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਦਾ ਮਤਲਬ ਕੀ ਹੈ ਕਿ ਜਿੱਦਾਂ ਜਿੱਦਾਂ ਟੈਂਪਰੇਚਰ ਇਨਕਰੀਜ਼ ਕਰੇਗਾ ਉਦਾਂ ਉਦਾਂ ਜਿਹੜੀ ਥਰਮਿਸਟਰ ਹੈ ਉਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਕੀ ਕਰਦੀ ਰਹਿੰਦੀ ਹੈ, ਘਟਦੀ ਰਹਿੰਦੀ ਹੈ, ਠੀਕ ਹੈ। ਮਤਲਬ ਕੀ ਹੈ, ਜਿੱਦਾਂ ਟੈਂਪਰੇਚਰ ਇਨਕਰੀਜ਼ ਕਰੇਗਾ ਉਹਦੀ ਰੈਜ਼ਿਸਟੈਂਸ ਕੀ ਕਰੇਗੀ, ਘਟੇਗੀ। ਕਰੰਟ ਕੀ ਕਰੇਗਾ? ਹਾਂਜੀ ਹਾਂਜੀ, ਕਰੰਟ ਵਧੇਗਾ, ਠੀਕ ਹੈ, ਸਿੰਪਲ ਹੈ। ਆ ਦੇਖੋ, ਟੈਂਪਰੇਚਰ ਇਨਕਰੀਜ਼ ਹੋਇਆ, ਰੈਜ਼ਿਸਟੈਂਸ ਘਟ ਗਈ। ਜੇ ਰੈਜ਼ਿਸਟੈਂਸ ਘਟ ਗਈ, ਕਰੰਟ ਕੀ ਹੋ ਗਿਆ, ਵੱਧ ਗਿਆ, ਵੱਧ ਗਿਆ। ਅਗਰ ਇੱਦਾਂ ਹੀ ਟੈਂਪਰੇਚਰ ਘਟੇਗਾ, ਰੈਜ਼ਿਸਟੈਂਸ ਵਧੇਗੀ, ਤੇ ਜਿਹੜਾ ਕਰੰਟ ਹੈ ਉਹ ਕੀ ਕਰੇਗਾ, ਘਟੇਗਾ, ਠੀਕ ਹੈ। ਇਹਦਾ ਆਪਾਂ ਰੀਡਿੰਗ ਜਿਹੜੀ ਹੈਗੀ ਹੈ ਇਹਦੇ ਵਿੱਚ obtained ਕਰ ਸਕਦੇ ਹਾਂ, ਠੀਕ ਹੈ। ਚਲੋ ਜੀ, ਅੱਜ ਲਈ ਇੰਨਾ ਬਹੁਤ ਹੈ, ਬਾਕੀ ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ, ਠੀਕ ਹੈ। ਓਕੇ ਓਕੇ।